ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ, ਤੇਰੀ ਉਸਤਤ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ ਹੈ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵ ਸਰਵਗਿਆ ਪਰਮੇਸ਼ਰ ਹੈ। ਤੇਰੀ ਜਿੰਨੀ ਵਡਿਆਈ ਕੀਤੀ ਜਾਵੇ, ਜਿੰਨੀ ਤੇਰੀ ਉਸਤਤ ਕੀਤੀ ਜਾਵੇ, ਉਹ ਥੋੜੀ ਹੈ, ਕਿਉਂਕਿ ਤੂੰ ਸਾਡੇ ਜੀਵਨ ਦੇ ਵਿੱਚ ਇੰਨਾ ਵੱਡਾ ਉਪਕਾਰ ਕੀਤਾ ਹੈ ਜਿਸ ਨੂੰ ਅਸੀਂ ਭੁੱਲ ਨਹੀਂ ਸਕਦੇ। ਉਹ ਉਪਕਾਰ ਸਾਡੇ ਜੀਵਨ ਦੇ ਵਿੱਚ ਤੇਰੇ ਪਰਮੇਸ਼ਰ ਪਿਤਾ ਉਸਤਤ ਦਾ ਹੈ, ਤੇਰੀ ਵਡਿਆਈ ਦਾ ਹੈ ਤੇ ਤੇਰੀ ਮਹਿਮਾ ਦਾ ਹੈ। ਇਸ ਲਈ ਪਰਮੇਸ਼ਰ ਪਿਤਾ, ਅਸੀਂ ਤੇਰੇ ਅੱਜ ਦੇ ਦਿਨ ਦੇ ਵਚਨ ਦੇ ਲਈ ਵੀ ਧੰਨਵਾਦ ਕਰਦੇ ਹਾਂ, ਜੋ ਆਪ ਨੇ ਸਾਨੂੰ ਆਪਣੀ ਕਿਰਪਾ ਦੇ ਰਾਹੀਂ ਆਪ ਦੇ ਕੀਤੇ ਹੋਏ ਕੰਮਾਂ ਨੂੰ ਪਰ ਉਜਾਗਰ ਕਰਨ ਦੇ ਲਈ ਦਿੱਤਾ ਹੈ। ਇਸ ਦੇ ਰਾਹੀਂ ਬਹੁਤ ਸਾਰੇ ਲੋਕ ਜਿੰਨੇ ਵੀ ਪਰਮੇਸ਼ਰ ਤੇਰੀ ਬਾਣੀ ਨੂੰ ਸੁਣਦੇ ਨੇ, ਉਹ ਤੇਰੇ ਪਰਮੇਸ਼ਰ ਪਿਤਾ ਕੀਤੇ ਹੋਏ ਉਪਕਾਰਾਂ ਦੇ ਪ੍ਰਤੀ ਤੇਰੇ ਅੱਗੇ ਆਪਣੇ ਦਿਲਾਂ ਨੂੰ ਖੋਲ ਸਕਣ, ਤੇਰੇ ਅੱਗੇ ਆਪਣੇ ਦਿਲਾਂ ਨੂੰ ਪਰਮੇਸ਼ਰ ਪਿਤਾ ਸਮਰਪਿਤ ਕਰ ਸਕਣ, ਤਾਂ ਕਿ ਉਹਨਾਂ ਦਾ ਜੀਵਨ ਤੇਰੇ ਵਿੱਚ ਸੁਰੱਖਿਅਤ ਹੋ ਸਕੇ। ਇਸ ਵਚਨ ਨੂੰ ਅਤੇ ਸੁਣਨ ਵਾਲੇ ਨੂੰ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਇਹ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਜੋ ਵਚਨ ਦਾ ਮੈਂ ਭਾਗ ਲਿਆ ਹੈ, ਉਹ ਲਿਆ ਹੈ ਪਹਿਲਾ ਪਤਰਸ 1 ਅਧਿਆਇ, ਉਸ ਦਾ 2 ਅਧਿਆਇ, ਉਸ ਦੀ 24 ਆਇਤ ਦੇ ਵਿੱਚੋਂ। ਇੱਥੇ ਇਸ ਤਰ੍ਹਾਂ ਲਿਖਿਆ ਹੈ, ਉਹ ਆਪ ਸਾਡਿਆਂ ਪਾਪਾਂ ਨੂੰ ਆਪਣੇ ਸਰੀਰ ਵਿੱਚ ਰੁੱਖ ਉੱਤੇ ਚੁੱਕ ਲਿਆ, ਭਈ ਅਸੀਂ ਪਾਪ ਦੀ ਵੱਲੋਂ ਮਰ ਕੇ ਧਰਮ ਵੱਲੋਂ ਜੀਵੀਏ। ਉਸੇ ਦੇ ਮਾਰ ਖਾਣ ਤੋਂ ਤੁਸੀਂ ਨਰੋਏ ਕੀਤੇ ਗਏ। ਇਸ ਦਾ ਜੋ ਮੈਂ ਵਿਸ਼ਾ ਲਿਆ ਹੈ, ਸਬਜੈਕਟ ਲਿਆ ਹੈ, ਉਹ ਇਹ ਹੈ, ਪਰਮੇਸ਼ਵਰ ਦਾ ਆਪਣੇ ਪੁੱਤਰ ਯਿਸੂ ਮਸੀਹ ਦੇ ਰਾਹੀਂ ਮਨੁੱਖੀ ਪਾਪਾਂ ਦਾ ਕਰਜ਼ ਚੁਕਾਉਣਾ। ਪਰਮੇਸ਼ਵਰ ਦਾ ਆਪਣੇ ਪੁੱਤਰ ਯਿਸੂ ਮਸੀਹ ਦੇ ਰਾਹੀਂ ਮਨੁੱਖੀ ਪਾਪਾਂ ਦਾ ਕਰਜ਼ ਚੁਕਾਉਣਾ। ਜਦੋਂ ਇਹ ਵਚਨ ਮੈਂ ਪੜ੍ਹ ਰਿਹਾ ਸਾਂ ਕਿ ਉਸ ਆਪ ਸਾਡੇ ਪਾਪਾਂ ਨੂੰ ਆਪਣੇ ਉੱਤੇ, ਆਪਣੇ ਸਰੀਰ ਵਿੱਚ ਰੁੱਖ ਉੱਤੇ ਚੁੱਕ ਲਿਆ, ਸਾਡਿਆਂ ਪਾਪਾਂ ਨੂੰ ਚੁੱਕ ਲੈਣਾ। ਜਦੋਂ ਮਸੀਹ ਨੇ ਸਾਡੇ ਲਈ ਦੁੱਖ ਸਹਿਨ ਕੀਤਾ, ਉਹ ਸਿਰਫ ਪਿਆਰ ਅਤੇ ਦੁੱਖ ਦੀ ਇੱਕ ਉਦਾਹਰਨ ਹੀ ਨਹੀਂ ਰੱਖ ਰਿਹਾ ਸੀ, ਪਰ ਇਸ ਦੇ ਉਪਰੰਤ ਉਹ ਸਾਡੇ ਸਥਾਨ ਨੂੰ ਲੈ ਰਿਹਾ ਅਤੇ ਪਾਪ ਲਈ ਸਾਡੀ ਸਜ਼ਾ ਦਾ ਭੁਗਤਾਨ ਕਰ ਰਿਹਾ ਸੀ। ਕੋਈ ਵੀ ਸਾਡੇ ਪਾਪ ਦਾ ਅੱਜ ਤੱਕ ਭੁਗਤਾਨ ਨਹੀਂ ਕਰ ਸਕਿਆ। ਮੈਂ ਕੋਈ ਇਦਾਂ ਦਾ ਈਸ਼ਵਰ ਦੇਖਿਆ ਹੀ ਨਹੀਂ ਸਿਵਾਏ ਪ੍ਰਭੂ ਯਿਸੂ ਮਸੀਹ ਤੋਂ। ਪਰਮੇਸ਼ਰ ਦਾ ਬਹੁਤ ਵੱਡਾ ਇਹ ਸਾਡੇ ਲਈ ਕਾਰਜ ਅਤੇ ਉਪਰਾਲਾ ਹੈ, ਜਿਹੜਾ ਪਰਮੇਸ਼ਰ ਨੇ ਪਾਪੀ ਮਨੁੱਖ ਦੇ ਲਈ ਕੀਤਾ। ਉਹਨੇ ਸਵਰਗੋਂ ਆਣ ਕੇ, ਕਿਉਂਕਿ ਪਰਮੇਸ਼ਰ ਜਿਹੜਾ ਸਵਰਗ ਦਾ ਰਚੇਤਾ ਹੈ, ਜਿਹੜਾ ਧਰਤੀ ਨੂੰ ਬਣਾਉਣ ਵਾਲਾ ਹੈ, ਜਿਸ ਦੇ ਰਾਹੀਂ ਸੰਪੂਰਨ ਬ੍ਰਹਿਮੰਡ ਬਣਾਇਆ ਗਿਆ ਹੈ, ਉਹ ਜਾਣਦਾ ਸੀ ਸਾਡੀ ਤਸਵੀਰ ਨੂੰ, ਅਸੀਂ ਕਿਸ ਤਰ੍ਹਾਂ ਦੇ ਹਾਂ, ਸਾਡਾ ਜੀਵਨ ਕਿਸ ਤਰ੍ਹਾਂ ਦਾ ਹੈ, ਅਸੀਂ ਕਿਹੋ ਜਿਹੇ ਕੰਮ ਕਰ ਰਹੇ ਹਾਂ, ਉਹ ਜਾਣਦਾ ਹੈ। ਉਸ ਤੋਂ ਕੁਝ ਛੁਪਿਆ ਹੋਇਆ ਨਹੀਂ। ਕਿਉਂ? ਕਿਉਂਕਿ ਜਦੋਂ ਅਸੀਂ ਬਾਈਬਲ ਦੇ ਵਿੱਚ ਯਰਮਾਇਆ ਦੀ ਪੁਸਤਕ, ਉਸ ਦਾ ਯਰਮਾਇਆ ਦੀ ਪੁਸਤਕ, ਉਸ ਦਾ 17 ਅਧਿਆਇ, ਉਸ ਦੀ 9 ਅਤੇ 10 ਆਇਤ ਮੈਂ ਆਪ ਦੇ ਅੱਗੇ ਪੜ੍ਹ ਰਿਹਾ ਹਾਂ। ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ। ਯਰਮਾਇਆ ਆਪਣੀ ਕਿਤਾਬ ਦੇ ਵਿੱਚ ਮਨੁੱਖੀ ਦਿਲ ਦੀ ਤਸਵੀਰ ਨੂੰ ਪ੍ਰਗਟ ਕਰ ਰਿਹਾ ਹੈ, ਜੋ ਪਰਮੇਸ਼ਵਰ ਨੇ ਯਰਮਾਇਆ ਨੂੰ ਵਾਕ ਦਿੱਤਾ। ਉਹ ਯਰਮਾਇਆ ਉਹਨਾਂ ਮਨੁੱਖਾਂ ਦੇ ਅੱਗੇ ਇਸ ਦਾ ਵਕਾਸ਼ਵਾ ਕਰ ਰਿਹਾ। ਕੀ ਕਹਿ ਰਿਹਾ? ਕਹਿੰਦਾ, ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ, ਉਹਨੂੰ ਕੌਣ ਜਾਣ ਸਕਦਾ ਹੈ। ਪਹਿਲੀ ਗੱਲ, ਪਰਮੇਸ਼ਵਰ
ਜਿਸ ਨੇ ਮੇਰੇ ਲਈ ਆਪਣੇ ਪਿਆਰੇ ਪੁੱਤਰ ਨੂੰ ਇਸ ਧਰਤੀ ਦੇ ਉੱਤੇ ਘੱਲਿਆ, ਜਿਸ ਨੇ ਮੇਰੇ ਪਾਪ ਦੀ ਥਾਂ ਆਪਣੇ ਆਪ ਨੂੰ ਰੱਖ ਦਿੱਤਾ, ਮੇਰੇ ਪਾਪ ਦੀ ਥਾਂ ਆਪਣੇ ਆਪ ਨੂੰ ਰੱਖ ਦਿੱਤਾ ਅਤੇ ਮੈਨੂੰ ਆਪਣੇ ਆਪ ਦੇ ਵਿੱਚ ਦੇ ਦਿੱਤਾ, ਕਿਉਂਕਿ ਉਹ ਪਵਿੱਤਰ ਹੈ ਅਤੇ ਮੈਂ ਪਾਪੀ ਹਾਂ। ਮੇਰੇ ਪਾਪ ਦਾ ਰਿਣ ਉਸਨੇ ਚੁਕਾ ਕੇ ਆਪਣਾ ਜੀਵਨ ਦਾ ਚੋਲਾ ਮੈਨੂੰ ਪਹਿਨਾ ਦਿੱਤਾ, ਤਾਂ ਕਿ ਮੈਂ ਉਸ ਦੀ ਪਵਿੱਤਰਤਾ ਦੇ ਵਿੱਚ ਪਰਮੇਸ਼ਰ ਦੇ। ਇਹਦਾ ਮਤਲਬ ਹੈ, ਪਹਿਲੀ ਗੱਲ ਹੈ, ਪਰਮੇਸ਼ਰ ਨੇ ਮੇਰੇ ਪਾਪ ਦੀ ਜਗ੍ਹਾ ਦੇ ਉੱਤੇ ਆਪਣੇ ਪੁੱਤਰ ਨੂੰ ਖੜਾ ਕਰ ਦਿੱਤਾ। ਪਰਮੇਸ਼ਰ ਨੇ ਮੇਰੀ ਪਾਪ ਦੀ ਜਗ੍ਹਾ ਤੇ ਆਪਣੇ ਪੁੱਤਰ ਨੂੰ ਖੜਾ ਕਰ ਦਿੱਤਾ, ਮੇਰੇ ਪਾਪਾਂ ਦਾ ਕਰਜ਼ ਚੁਕਾਉਣ ਦੇ ਲਈ। ਆਸਾਨ ਨਹੀਂ ਹੈ। ਕੋਈ ਵੀ ਈਸ਼ਵਰ ਮੈਨੂੰ ਇਦਾਂ ਦਾ ਦਿਖਾਲ ਦਿਓ ਜਿਹੜਾ ਮੇਰੇ ਪਾਪ ਦੇ ਲਈ ਆਪਣੇ ਪਿਆਰੇ ਪੁੱਤਰ ਨੂੰ ਮੇਰੇ ਪਾਪ ਦੇ ਲਈ ਖੜਾ ਕਰ ਦੇਵੇਗਾ। ਕੋਈ ਨਹੀਂ। ਮੇਰਾ ਮਸੀਹ ਦੇ ਵਿੱਚ ਆਉਣ ਦਾ ਉਦੇਸ਼ ਵੀ ਤਾਂ ਇਹੋ ਸੀ। ਮੈਂ ਬਚਪਨ ਤੋਂ ਹੀ ਪਰਮੇਸ਼ਰ ਦੇ ਧਾਰਮਿਕ ਵਿਚਾਰਾਂ ਦੇ ਨਾਲ ਆਪਣੇ ਮਾਤਾ ਪਿਤਾ ਦੇ ਰਾਹੀਂ ਗਿਜਾਇਆ ਗਿਆ ਸਾਂ, ਔਰ ਮੈਂ ਪਾਠ ਕਰਦਾ ਸਾਂ ਔਰ ਪਰਮੇਸ਼ਰ ਦੀ ਭਗਤੀ ਕਰਦਾ ਸਾਂ, ਪਰ ਮੈਨੂੰ ਮੇਰੇ ਪਾਪਾਂ ਦੇ ਬਦਲੇ ਕੋਈ ਆਪਣੇ ਆਪ ਨੂੰ ਦੇਵੇ, ਅਜਿਹਾ ਮੈਨੂੰ ਕੋਈ ਵੀ ਸ਼ਾਸਤਰ ਦੇ ਵਿੱਚ ਵਿਚਾਰ ਨਹੀਂ ਮਿਲਿਆ। ਕੌਮ ਦੇ ਲਈ ਕੋਈ ਮਰ ਗਿਆ, ਅਸੀਂ ਇਹ ਦੇਖਦੇ ਹਾਂ। ਵਤਨ ਦੇ ਲਈ ਕਈ ਸ਼ਹੀਦ ਹੋ ਗਏ, ਵੇਖਦੇ ਹਾਂ। ਪਰ ਪਾਪ ਦੇ ਲਈ, ਮੇਰੇ ਪਾਪ ਦੇ ਲਈ ਕੋਈ ਮਰ ਗਿਆ, ਮੈਂ ਨਹੀਂ ਦੇਖਿਆ। ਮੇਰੇ ਪਾਪ ਦੇ ਲਈ ਕਿਸੇ ਨੇ ਆਪਣਾ ਲਹੂ ਬਹਾਇਆ, ਮੈਂ ਨਹੀਂ ਦੇਖਿਆ। ਮੇਰੇ ਪਾਪ ਦੇ ਬਦਲੇ ਉਹਨਾਂ ਨੇ ਆਪਣੇ ਸਰੀਰ ਦੇ ਉੱਤੇ ਮਾਰ ਖਾਧੀ, ਕਸ਼ਟ ਚੱਲਿਆ, ਮੈਂ ਨਹੀਂ ਵੇਖਿਆ। ਇੱਥੇ ਯਰਮਾਇਆ ਇਹੀ ਦੱਸ ਰਿਹਾ ਹੈ, ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਬੁੱਝ ਕੇ ਖਰਾਵਾ, ਉਹਨੂੰ ਕੌਣ ਜਾਣ ਸਕਦਾ ਸਿਵਾਏ ਪਰਮੇਸ਼ਰ ਤੋਂ। ਪਰਮੇਸ਼ਰ ਜਿਹੜਾ ਜਾਣਦਾ, ਉਹ ਕੀ ਕਹਿੰਦਾ ਹੈ, ਮੈਂ ਯਹੋਵਾ ਦਿਲਾਂ ਨੂੰ ਜਾਂਚਦਾ ਹਾਂ ਅਤੇ ਗੁਰਦਿਆਂ ਨੂੰ ਪਰਤਾਉਂਦਾ ਹਾਂ, ਕਿ ਹਰ ਮਨੁੱਖ ਨੂੰ ਉਹਦੇ ਚਾਲ ਚੱਲਣ ਦੇ ਅਨੁਸਾਰ, ਉਹਦੇ ਕੰਮਾਂ ਦੇ ਫਲਾਂ ਦੇ ਅਨੁਸਾਰ ਬਦਲਾ ਦਿਆਂ। ਉਹਦੇ ਕੰਮਾਂ ਦੇ ਅਨੁਸਾਰ, ਉਹਦੇ ਚਾਲ ਚੱਲਣ ਦੇ ਅਨੁਸਾਰ। ਕੀ ਮਨੁੱਖ ਜਾਤੀ ਦੇ ਚਾਲ ਚੱਲਣ ਚੰਗੇ ਸੀ? ਕੀ ਮਨੁੱਖ ਜਾਤੀ ਦੇ ਜੀਵਨ ਦੇ ਵਿਚਾਰ ਚੰਗੇ ਸੀ? ਬਾਈਬਲ ਕੀ ਦੱਸਦੀ ਹੈ? ਜਦੋਂ ਮੈਂ ਰੋਮੀਆਂ ਦੀ ਪੁਸਤਕ 3 ਅਧਿਆਏ ਉਸ ਨੂੰ ਪੜ੍ਹਦਾ ਹਾਂ, ਤਾਂ ਉਸ ਦੇ ਵਿੱਚ ਕੀ ਲਿਖਿਆ ਹੋਇਆ ਹੈ? ਉਸ ਦੇ ਵਿੱਚ ਕੀ ਦੱਸਦਾ ਹੈ ਪਰਮੇਸ਼ਰ ਦਾ ਦਾਸ? ਜਦੋਂ ਮੈਂ ਰੋਮੀਆਂ ਦੀ ਪੁਸਤਕ ਉਸ ਦਾ 3 ਅਧਿਆਏ ਮੈਂ ਆਪ ਦੇ ਲਈ ਪੜ੍ਹ ਰਿਹਾ, 3 ਦਾ 9 ਤੇ 10 ਵਚਨ ਇੱਥੇ ਇਸ ਤਰ੍ਹਾਂ ਲਿਖਿਆ ਹੋਇਆ ਹੈ। ਕਹਿੰਦਾ ਫੇਰ ਕੀ, ਭਲਾ ਅਸੀਂ ਉਹਨਾਂ ਨਾਲ ਚੰਗੇ ਆ? ਰਤਾ ਵੀ ਨਹੀਂ। ਕਿਉਂ ਜੋ ਅਸਾਂ ਤਾਂ ਅੱਗੇ ਆਖ ਬੈਠੇ ਹਾਂ, ਜੋ ਯਹੂਦੀ ਅਤੇ ਜਨਾਨੀ ਸਾਰਿਆਂ ਦੇ ਸਾਰੇ ਪਾਪ ਦੇ ਹੇਠ ਹੈ। ਇਹਦਾ ਮਤਲਬ ਕੋਈ ਵੀ ਪਾਪ ਤੋਂ ਬਚਿਆ ਹੋਇਆ ਮਨੁੱਖ ਨਹੀਂ ਹੈ। ਆਦਮ ਤੋਂ ਲੈ ਕੇ ਹੁਣ ਤੱਕ ਦੀ ਜਿਹੜੀ ਪੀੜ੍ਹੀ ਚੱਲ ਰਹੀ ਆ, ਸਭ ਪਾਪ ਦੇ ਹੇਠ ਹੈ। ਅੱਗੇ ਕੀ ਕਹਿ ਰਿਹਾ? ਜਿਵੇਂ ਲਿਖਿਆ ਹੋਇਆ, ਕੋਈ ਧਰਮੀ ਨਹੀਂ, ਇੱਕ ਵੀ ਨਹੀਂ। ਇਸ ਦਾ 23 ਦੇ ਵਿੱਚ ਕੀ ਕਹਿੰਦਾ ਫਿਰ? ਕਹਿੰਦਾ ਕਿਉਂਕਿ ਸਭਨਾਂ ਨੇ ਪਾਪ ਕੀਤਾ ਤੇ ਪਰਮੇਸ਼ਰ ਦੇ ਪ੍ਰਤਾਪ ਤੋਂ ਰਹਿ ਗਏ। ਪਰਮੇਸ਼ਰ ਮੇਰੀ ਤਸਵੀਰ ਨੂੰ ਜਾਣਦਾ, ਕੋਈ ਵੀ ਚੰਗਾ ਨਹੀਂ, ਇੱਕ ਵੀ। ਸਾਡੇ ਚਾਲ ਚੱਲਣ ਦੇ ਅਨੁਸਾਰ ਜਦੋਂ ਪਰਮੇਸ਼ਰ ਸਾਡਾ ਨਿਆਂ ਕਰੇਗਾ, ਬਦਲਾ ਦੇਗਾ, ਤਾਂ ਸਾਨੂੰ ਇਸ ਚਾਲ ਚੱਲਣ ਦੇ ਅਨੁਸਾਰ ਤਾਂ ਕਹਿੰਦਾ ਕੋਈ ਧਰਮੀ ਨਹੀਂ, ਇੱਕ ਵੀ ਨਹੀਂ। ਫਿਰ ਜਦੋਂ ਅਸੀਂ ਧਰਮੀ ਨਹੀਂ, ਤਾਂ ਪਰਮੇਸ਼ਰ ਦਾ ਨਿਆਂ ਕੀ ਹੈ ਮੇਰੇ ਲਈ? ਇੱਥੇ ਜਦੋਂ 6 ਅਧਿਆਏ ਉਸ ਦੀ 23 ਆਇਤ ਪੜ੍ਹਦਾ ਹਾਂ, ਤਾਂ ਪਰਮੇਸ਼ਰ ਦਾ ਨਿਆਂ ਕੀ ਹੈ? ਕਹਿੰਦਾ ਹੈ, ਪਾਪ ਦੀ ਮਜ਼ਦੂਰੀ ਤਾਂ ਮੌਤ ਹੈ। ਪਾਪ ਦੀ ਮਜ਼ਦੂਰੀ ਤਾਂ ਮੌਤ ਹੈ। ਇਹਦਾ ਮਤਲਬ ਮੇਰੇ ਉੱਤੇ ਮੌਤ ਨਿਯੁਕਤ ਸੀ। ਇਹਦਾ ਮਤਲਬ ਪਾਪ ਦੀ ਮਜ਼ਦੂਰੀ ਮੌਤ। ਇਹਦਾ ਮਤਲਬ ਹਰ ਇੱਕ ਨੇ ਪਾਪ ਕੀਤਾ ਹੈ, ਤਾਂ ਉਹਨਾਂ ਦੇ ਉੱਤੇ ਕੀ ਹੈ?
ਮੌਤ। ਇਸੇ ਕਰਕੇ ਤਾਂ 5 ਦੇ ਵਿੱਚ ਕਿਹਾ, 5 ਦਾ 12 ਦੇ ਵਿੱਚ ਪਰਮੇਸ਼ਰ ਨੇ ਕਹਿੰਦਾ, ਇਸ ਲਈ ਜਿਵੇਂ ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ, ਅਤੇ ਇਸੇ ਤਰ੍ਹਾਂ ਮੌਤ ਸਭਨਾ ਮਨੁੱਖਾਂ ਵਿੱਚ ਫੈਲ ਗਈ, ਇਸ ਲਈ ਜੋ ਸਭਨਾ ਨੇ ਪਾਪ ਕੀਤਾ ਹੈ, ਸਭਨਾ ਦੇ ਵਿੱਚ ਮੌਤ ਫੈਲ ਗਈ ਹੈ, ਕੋਈ ਵੀ ਮੌਤ ਤੋਂ ਬਚ ਨਹੀਂ ਸਕਦਾ। ਤੇ ਉਸ ਮੌਤ ਦੇ ਵਿੱਚੋਂ ਮੈਂ ਬਚ ਨਹੀਂ ਸਕਦਾ, ਇਹ ਗੱਲ ਪਰਮੇਸ਼ਰ ਜਾਣਦਾ ਹੈ। ਇਹ ਗੱਲ ਦਾ ਪਰਮੇਸ਼ਰ ਨੂੰ ਪਤਾ ਹੈ। ਉਸੇ ਨੇ ਜਿਸ ਨੇ ਜਾਣ ਲਿਆ ਕਿ ਸਭਨਾ ਨੇ ਪਾਪ ਕੀਤਾ ਹੈ, ਉਹ ਸਭਨਾ ਦੇ ਉੱਤੇ ਪਰਮੇਸ਼ਰ ਦੀ ਮੌਤ ਦਾ ਹੁਕਮ ਜਾਰੀ ਹੈ। ਉਸੇ ਪਰਮੇਸ਼ਰ ਨੇ ਮੈਨੂੰ ਮੌਤ ਤੋਂ ਬਚਾਉਣ ਦੇ ਲਈ, ਮੈਨੂੰ ਮੌਤ ਤੋਂ ਛੁਡਾਉਣ ਦੇ ਲਈ, ਮੈਨੂੰ ਮੌਤ ਤੋਂ ਮੁਕਤ ਹੋਣ ਦੇ ਲਈ ਸਵੈਂ ਆਪਣੇ ਪੁੱਤਰ ਨੂੰ ਮੇਰੀ ਥਾਂ ਦੇ ਉੱਤੇ ਖੜਾ ਕਰ ਦਿੱਤਾ। ਇਹੋ ਗੱਲ ਮੈਂ ਇੱਥੇ ਪੜ੍ਹ ਰਿਹਾ 2:24 ਦੇ ਵਿੱਚ। ਸਾਡਿਆਂ ਪਾਪਾਂ ਨੂੰ ਆਪਣੇ ਸਰੀਰ ਵਿੱਚ ਰੁੱਖ ਉੱਤੇ ਚੁੱਕ ਲਿਆ। ਸਾਡਿਆਂ ਪਾਪਾਂ ਨੂੰ ਸਰੀਰ ਵਿੱਚ ਰੱਖ ਕੇ ਰੁੱਖ ਦੇ ਉੱਤੇ ਚੁੱਕ ਲਿਆ। ਕੌਣ ਚੁੱਕ ਸਕਦਾ ਹੈ ਮੇਰੇ ਪਾਪ? ਬਾਈਬਲ ਦੇ ਵਿੱਚ ਲਿਖਿਆ ਹੈ, ਅਨਹੋਣਾ ਹੈ ਕਿ ਕੋਈ ਪਾਪੀ ਦੇ ਲਈ ਆਪਣੀ ਜਾਨ ਦੇਵੇ। ਧਰਮੀ ਦੇ ਲਈ ਤਾਂ ਸਭ ਤਿਆਰ ਹੋ ਜਾਂਦੇ ਆ, ਪਾਪੀ ਦੇ ਲਈ ਕੋਈ ਨਹੀਂ ਤਿਆਰ। ਮੈਂ ਧੰਨਵਾਦ ਕਰਦਾ ਪਰਮੇਸ਼ਰ ਦਾ, ਜਿਸ ਨੇ ਮੇਰੇ ਅਤੇ ਆਪ ਦੇ ਲਈ ਇਹ ਉਪਰਾਲਾ ਕੀਤਾ ਕਿ ਮੇਰੀ ਜਗ੍ਹਾ ਤੇ ਆਪਣੇ ਪੁੱਤਰ ਨੂੰ ਖੜਾ ਕਰ ਦਿੱਤਾ ਅਤੇ ਮੈਨੂੰ ਆਪਣੇ ਪੁੱਤਰ ਦੀ ਜਗ੍ਹਾ ਤੇ ਖੜਾ। ਇਹੋ ਇੱਕ ਬਹੁਤ ਵੱਡਾ ਭੇਤ ਹੈ ਜਿਹੜਾ ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਜੀ ਨੇ ਮਤੀ ਦੀ ਅੰਜੀਲ ਉਸ ਦਾ 11 ਅਧਿਆਏ ਦੇ ਵਿੱਚ ਮੇਰੇ ਅਤੇ ਆਪ ਦੇ ਲਈ ਕਿਹਾ ਸੀਗਾ। ਕੀ ਕਹਿੰਦਾ ਹੈ? ਕਹਿੰਦਾ ਹੈ 11 ਅਧਿਆਏ ਦੀ ਮੈਂ 29 ਅਤੇ 30 ਆਇਤ ਆਪ ਦੇ ਲਈ ਪੜ੍ਹ ਰਿਹਾ ਹਾਂ। ਪ੍ਰਭੂ ਯਿਸੂ ਮਸੀਹ ਕੀ ਕਹਿ ਰਿਹਾ ਹੈ? ਮੇਰਾ ਜੂਲਾ ਆਪਣੇ ਉੱਤੇ ਲੈ ਲਵੋ। ਮੇਰਾ ਜੂਲਾ, ਇਹਦਾ ਮਤਲਬ ਮੇਰਾ ਭਾਰ ਤੁਸੀਂ ਆਪਣੇ ਉੱਤੇ ਲੈ ਲਓ ਅਤੇ ਆਪਣਾ ਭਾਰ ਮੇਰੇ ਉੱਤੇ ਰੱਖ ਦਿਓ। ਮੈਂ ਆਪਣੇ ਉੱਤੇ ਲੈ ਲਓ ਅਤੇ ਮੈਥੋਂ ਸਿੱਖੋ ਜੋ ਮੈਂ ਕੋਮਲ ਅਤੇ ਮਨ ਦਾ ਗਰੀਬ ਹਾਂ, ਤੁਸੀਂ ਆਪਣੇ ਜੀਆਂ ਉੱਤੇ ਆਰਾਮ ਪਾਓਗੇ, ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ। ਕਿਉਂ? ਕਿਉਂਕਿ ਜਿਹੜਾ ਪਵਿੱਤਰ ਹੈ ਉਹਦੇ ਉੱਤੇ ਭਾਰ ਹੈ ਹੀ ਨਹੀਂ। ਜਿਹੜਾ ਵਿਅਕਤੀ ਪਵਿੱਤਰ ਹੈ ਉਹਦੇ ਉੱਤੇ ਭਾਰ ਹੈ ਨਹੀਂ। ਭਾਰ ਕਿਹਦੇ ਤੇ? ਪਾਪ ਦੇ ਉੱਤੇ। ਪਾਪ ਸਾਨੂੰ ਇੰਨਾ ਭਾਰ ਕਰ ਦਿੱਤਾ ਹੈ ਕਿ ਉਹ ਸਾਨੂੰ ਪਤਾਲ ਦੀ ਗਹਿਰਾਈ ਚ ਲੈ ਕੇ ਜਾ ਰਿਹਾ, ਅਸੀਂ ਨਿਕਲ ਨਹੀਂ ਸਕਦੇ। ਪਰ ਪਰਮੇਸ਼ਰ ਹੈ ਜਿਹੜਾ ਸਾਨੂੰ ਇਸ ਤੋਂ ਕੱਢ ਸਕਦਾ ਹੈ। ਇਸੇ ਕਰਕੇ ਤਾਂ ਉਹਨੇ 2:24 ਦੇ ਵਿੱਚ ਸਾਰੀ ਮਨੁੱਖ ਜਾਤੀ ਦੇ ਪਾਪਾਂ ਦਾ ਕਰਜ਼ ਚੁਕਾਉਣ ਦੇ ਲਈ ਆਪਣੇ ਪੁੱਤਰ ਨੂੰ ਉੱਥੇ ਖੜਾ ਕਰ ਦਿੱਤਾ, ਜਿਸ ਦੇ ਲਈ ਬਾਈਬਲ ਦੇ ਵਿੱਚ ਲਿਖਿਆ ਕਿ ਉਸਨੇ ਆਪਣੇ ਪੁੱਤਰ ਦਾ ਸਰਫਾ ਤੱਕ ਨਾ ਕੀਤਾ। ਮੇਰੇ ਪਾਪ ਦੇ ਲਈ ਆਪਣੇ ਪੁੱਤਰ ਦਾ ਸਰਫਾ ਤੱਕ ਨਾ ਕੀਤਾ। ਮੇਰੇ ਪਾਪਾਂ ਤੋਂ ਮੈਨੂੰ ਮੁਕਤ ਕਰਨ ਦੇ ਲਈ, ਮੇਰੇ ਪਾਪਾਂ ਤੋਂ ਮੈਨੂੰ ਛੁਟਕਾਰਾ ਦੇਣ ਦੇ ਲਈ, ਮੇਰੇ ਪਾਪਾਂ ਤੋਂ ਮੈਨੂੰ ਪਵਿੱਤਰ ਕਰਕੇ ਪਰਮੇਸ਼ਰ ਦੇ ਅੱਗੇ ਰੱਖਣ ਦੇ ਲਈ, ਮੇਰੇ ਪਿਆਰੇ ਪਰਮੇਸ਼ਰ ਜਿਹੜਾ ਮੈਨੂੰ ਬੇਇੰਤਹਾ ਪਿਆਰ ਕਰਦਾ ਹੈ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਵਿੱਚ, ਉਹਨੇ ਸਰਫਾ ਨਾ ਕੀਤਾ। ਕਿੰਨਾ ਮਹਾਨ ਈਸ਼ਵਰ ਹੈ ਪਰਮੇਸ਼ਵਰ, ਸੱਚਮੁੱਚ ਮਹਾਨ ਹੈ, ਉਸਤਤ ਦੇ ਯੋਗ ਹੈ, ਵਡਿਆਈ ਦੇ ਯੋਗ ਹੈ, ਮਹਿਮਾ ਦੇ ਯੋਗ ਹੈ। ਅਸੀਂ ਉਸ ਨੂੰ ਆਪਣੇ ਜੀਵਨ ਦੇ ਵਿੱਚ, ਜਿਨ੍ਹਾਂ ਦੀ ਥਾਂ ਦੇ ਉੱਤੇ ਉਸਨੇ ਆਪਣੇ ਪੁੱਤਰ ਨੂੰ ਖੜਾ ਕੀਤਾ, ਅਸੀਂ ਉਸ ਨੂੰ ਕਦੇ ਵੀ ਆਪਣੇ ਜੀਵਨ 'ਚ ਇੱਕ ਪਲ ਦੇ ਲਈ ਵਿਸਾਰ ਨਹੀਂ ਸਕਦੇ। ਇੱਕ ਪਲ, ਇੱਕ ਮਿੰਟ, ਇੱਕ ਸੈਕਿੰਡ ਦੇ ਲਈ ਉਸ ਨੂੰ ਵਿਸਾਰ ਨਹੀਂ ਸਕਦੇ, ਕਿਉਂਕਿ ਉਹਨੇ ਕਾਰਜ ਮੇਰੇ ਲਈ ਇੰਨਾ ਵੱਡਾ ਕੀਤਾ ਹੈ। ਕੌਣ ਹੈ ਜਿਹੜਾ ਸਾਡੇ ਲਈ ਮਰੇਗਾ? ਸਾਡੇ ਆਪਣੇ ਸਾਨੂੰ ਛੱਡ ਦੇਣਗੇ, ਜਿਨ੍ਹਾਂ ਦੇ ਉੱਤੇ ਅਸੀਂ ਭਰੋਸਾ ਕਰਦੇ ਹਾਂ ਉਹ ਸਾਨੂੰ ਤਿਆਗ ਦੇਣਗੇ, ਉਹ ਸਾਡੇ ਬਾਰੇ ਬੁਰੀਆਂ ਗੱਲਾਂ ਕਰਨਗੇ,
ਸਾਡੇ ਬਾਰੇ ਕੋਈ ਚੰਗੀ ਗੱਲ ਉਹਨਾਂ ਦੇ ਵਿੱਚ ਹੈ ਨਹੀਂ, ਜਿਨ੍ਹਾਂ ਦੇ ਲਈ ਅਸੀਂ ਮਿਹਨਤ ਕਰ ਰਹੇ ਹਾਂ, ਜਿਨ੍ਹਾਂ ਦੇ ਲਈ ਅਸੀਂ ਪੈਸਾ ਅੰਧਾ ਧੁੰਦ ਕਮਾ ਰਹੇ ਹਾਂ, ਜਿਨ੍ਹਾਂ ਦੇ ਲਈ ਅਸੀਂ ਦਿਨ ਪ੍ਰਤੀ ਦਿਨ ਬੋਝ ਚੁੱਕ ਰਹੇ ਹਾਂ, ਉਹੀ ਬਾਣੀ ਦੇ ਵਿੱਚ ਲਿਖਿਆ ਤੈਨੂੰ ਛੱਡ ਜਾਣਗੇ। ਗਾਣਾ ਵੀ ਗਾਇਆ ਜਾਂਦਾ ਹੈ, ਜਿਨ੍ਹਾਂ ਲਈ ਤੂੰ ਪਾਪ ਕਮਾਵੇਂ ਯਾਰ ਕਿਸੇ ਨਾਲ ਬਣਨਾ ਹੈ। ਕੋਈ ਵੀ ਸਾਡਾ ਨਹੀਂ ਬਣ ਸਕਦਾ ਸਿਵਾਏ ਪਰਮੇਸ਼ਰ ਤੋਂ। ਉਹ ਪਰਮੇਸ਼ਰ ਨੇ ਮੇਰੇ ਉੱਤੇ ਦਇਆ ਕੀਤੀ ਜਦੋਂ ਮੈਂ ਪਾਪ ਦੇ ਵਿੱਚ ਸੀ। ਮੈਨੂੰ ਕੋਈ ਛੁਡਾਉਣ ਵਾਲਾ ਨਹੀਂ ਸੀ, ਮੈਨੂੰ ਕੋਈ ਬਚਾਉਣ ਵਾਲਾ ਨਹੀਂ ਸੀ, ਕੋਈ ਮੇਰੇ ਤੇ ਤਰਸ ਕਰਨ ਵਾਲਾ ਨਹੀਂ ਸੀ, ਕੋਈ ਮੇਰੇ ਉੱਤੇ ਆਪਣੇ ਜੀਵਨ ਨੂੰ ਦੇਣ ਵਾਲਾ ਨਹੀਂ ਸੀ ਸਿਵਾਏ ਪਰਮੇਸ਼ਰ ਪੁੱਤਰ ਦੇ। ਕੀ ਤੁਸੀਂ ਇਸ ਅਹਿਸਾਨ ਨੂੰ ਭੁੱਲ ਰਹੇ ਹੋ? ਬਾਈਬਲ ਦੇ ਵਿੱਚ ਇਹ ਗੱਲ ਬੜੀ ਸਾਫ਼ ਰੱਖੀ ਹੈ, ਉਹ ਮੇਰੇ ਪਾਪ ਦਾ ਮੇਰੀ ਜਗ੍ਹਾ ਦੇ ਉੱਤੇ ਖੜਾ ਹੋ ਕੇ ਕਲਵਰੀ ਕਰੂਸ ਦੇ ਉੱਤੇ ਭੁਗਤਾਨ ਕਰ ਰਿਹਾ ਸੀ। ਜਦੋਂ ਯਸ਼ਾਇਆ 53 ਉਸ ਦਾ 4 ਪੜ੍ਹਦੇ ਹਾਂ, ਪਹਿਲਾਂ ਯਸ਼ਾਇਆ 53 ਉਸ ਦਾ 4 ਪੜ੍ਹਦੇ ਹਾਂ, ਕਹਿੰਦਾ ਸੱਚਮੁੱਚ ਉਹਨੇ ਸਾਡੇ ਗਮ ਚੁੱਕ ਲਏ। ਗਮ ਸਮਝਦੇ ਆ ਜਦੋਂ ਸਾਨੂੰ ਕੋਈ ਧੋਖਾ ਦੇ ਜਾਂਦਾ ਹੈ, ਜਦੋਂ ਸਾਨੂੰ ਕੋਈ ਆਪਣਾ ਬਚਾਵ ਨਹੀਂ ਮਿਲਦਾ ਹੈ, ਜਦੋਂ ਸਾਡੇ ਲਈ ਕੋਈ ਰਾਸਤਾ ਨਹੀਂ ਹੁੰਦਾ ਤਾਂ ਗਮ ਲੱਗ ਜਾਂਦਾ, ਗਮ। ਫਿਰ ਕਹਿੰਦਾ ਹੈ ਸਾਡੇ ਦੁੱਖ ਉਠਾਏ, ਸਾਡੇ ਦੁੱਖ ਅੰਦਰੋਂ ਅਸੀਂ ਛਲਨੀ ਹੋ ਚੁੱਕੇ ਸੀ ਇਸ ਸੰਸਾਰ ਦੇ ਭੈੜੇ ਕੰਮਾਂ ਦੇ ਨਾਲ। ਉਹ ਸਾਰੇ ਦੁੱਖ ਉਠਾਏ ਅਤੇ ਅਸਾਂ ਉਸ ਨੂੰ ਮਾਰਿਆ ਹੋਇਆ ਸਮਝਿਆ ਅਤੇ ਪਰਮੇਸ਼ਵਰ ਦਾ ਕੁੱਟਿਆ ਹੋਇਆ ਅਤੇ ਭੰਨਿਆ ਹੋਇਆ ਸਮਝਿਆ। ਔਰ ਇਸ ਦੇ ਨਾਲ ਮੈਂ 5 ਆਇਤ ਵੀ ਪੜ੍ਹ ਰਿਹਾ। ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ, ਸਾਡੀ ਸ਼ਾਂਤੀ ਦੇ ਲਈ ਉਸ ਉੱਤੇ ਤਾੜਨਾ ਹੋਈ, ਉਸੇ ਦੇ ਮਾਰ ਖਾਣ ਤੇ ਅਸੀਂ ਨਰੋਏ ਕੀਤੇ ਗਏ। ਪਤਰਸ 2:24 ਚ ਵੀ ਇਹੀ ਲਿਖਿਆ ਹੈ, ਮੇਰੀ ਜਗ੍ਹਾ ਦੇ ਉੱਤੇ ਖੜਾ ਹੈ, ਮੇਰੇ ਇੱਕ ਇੱਕ ਪਾਪ ਦਾ ਕਰਜ਼ ਉਸ ਖੜਾ ਹੋ ਕੇ ਚੁਕਾ ਰਿਹਾ। ਅਤੇ ਲਿਖਿਆ ਹੈ ਜਿਸ ਤਰ੍ਹਾਂ ਭੇਡ ਉਨ ਕਤਰਨ ਦੇ ਸਮੇਂ ਚੁੱਪਚਾਪ ਰਹਿੰਦੀ ਹੈ, ਜਿਸ ਤਰ੍ਹਾਂ ਭੇਡ ਉਨ ਕਤਰਨ ਦੇ ਸਮੇਂ ਚੁੱਪਚਾਪ ਰਹਿੰਦੀ ਹੈ, ਗੂੰਗੀ ਰਹਿੰਦੀ ਹੈ, ਉਸਨੇ ਆਪਣਾ ਮੂੰਹ ਨਾ ਖੋਲਿਆ। ਕਲਵਰੀ ਕਰੂਸ ਦੇ ਉੱਤੇ ਉਹਨੇ ਮੂੰਹ ਨਹੀਂ ਖੋਲਿਆ ਕਿ ਤੁਸੀਂ ਮੈਨੂੰ ਕਿਉਂ ਮਾਰ ਰਹੇ ਹੋ। ਮੇਰੇ ਇਸ ਦਰਦ ਨੂੰ, ਮੇਰੇ ਇਸ ਸਾਰੇ ਗੁਨਾਹ ਦੇ ਇੱਕ ਇੱਕ ਕਰਜ਼ ਨੂੰ ਉਸਨੇ ਕਿਸ ਤਰ੍ਹਾਂ ਉੱਥੇ ਸਿਆ ਅਤੇ ਮੈਨੂੰ ਆਰਾਮ ਦੀ ਅਤੇ ਸ਼ਾਂਤੀ ਦੀ ਜ਼ਿੰਦਗੀ ਦੇ ਦਿੱਤੀ। ਮੈਂ ਭੁੱਲ ਸਕਦਾ? ਪਰਮੇਸ਼ਵਰ ਨੇ ਜੋ ਮੇਰੇ ਤੇ ਕਰਜ਼, ਮੇਰਾ ਕਰਜ਼ ਕਲਵਰੀ ਕਰੂਸ ਦੇ ਉੱਤੇ ਲਾ ਦਿੱਤਾ ਅਤੇ ਮੈਨੂੰ ਆਪਣੇ ਪੁੱਤਰ ਦੇ ਵਿੱਚ ਸ਼ਾਂਤੀ ਦਾ ਜੀਵਨ ਦੇ ਦਿੱਤਾ, ਆਨੰਦ ਦਾ ਜੀਵਨ ਦੇ ਦਿੱਤਾ, ਪ੍ਰੇਮ ਦਾ ਜੀਵਨ ਦੇ ਦਿੱਤਾ, ਭਲਾਈ ਦਾ ਜੀਵਨ ਦੇ ਦਿੱਤਾ, ਧਾਰਮਿਕਤਾ ਦਾ ਜੀਵਨ ਦੇ ਦਿੱਤਾ, ਸਭ ਕੁਝ ਉਸਨੇ ਮੇਰੇ ਲਈ ਦੇ ਦਿੱਤਾ। ਜਿਸ ਪਰਮੇਸ਼ਵਰ ਨੇ ਮੇਰੇ ਲਈ ਇੰਨਾ ਵੱਡਾ ਉਪਕਾਰ ਮੇਰੀ ਜਗ੍ਹਾ ਤੇ ਖੜੇ ਹੋ ਕੇ ਕੀਤਾ, ਮੈਂ ਉਹਨੂੰ ਭੁੱਲ ਸਕਦਾ? ਪਿਆਰੋ, ਮੇਰਾ ਇਸ ਵਚਨ ਤੇ ਕਰਜ਼ ਚੁਕਾਉਣ ਦਾ ਮੀਨਿੰਗ ਕੀ ਹੈ? ਕਰਜ਼ ਚੁਕਾਉਣ ਦਾ ਮੀਨਿੰਗ ਹੈ ਮੈਨੂੰ ਮੁਕਤ ਕਰਨਾ। ਕਰਜ਼ ਚੁਕਾਉਣ ਦਾ ਮੀਨਿੰਗ ਹੈ ਮੈਨੂੰ ਸ਼ਾਂਤੀ ਦੇਣਾ। ਕਰਜ਼ ਚੁਕਾਉਣ ਦਾ ਮੀਨਿੰਗ ਕੀ ਹੈ? ਮੈਨੂੰ ਆਨੰਦ ਦੇਣਾ। ਪਰਮੇਸ਼ਵਰ ਨੇ ਮੈਨੂੰ ਦਿੱਤਾ ਹੈ। ਦੂਸਰੀ ਗੱਲ ਹੈ, ਪਹਿਲਾਂ ਉਹ ਮੇਰੀ ਜਗ੍ਹਾ ਦੇ ਉੱਤੇ ਖਲੋਤਾ, ਮੇਰਾ ਇੱਕ ਇੱਕ ਕਰਜ਼ ਚੁਕਾਇਆ। ਹੁਣ ਜਦੋਂ ਕਰਜ਼ ਚੁਕਾਇਆ ਹੈ ਤਾਂ ਉਹਨੇ ਮੈਨੂੰ ਜੋ ਆਪਣੀ ਸ਼ਾਂਤੀ, ਜੋ ਆਪਣਾ ਆਨੰਦ, ਜੋ ਮਤਲਬ ਕਿ ਪਰਮੇਸ਼ਵਰ ਦੀ ਭਲਾਈ, ਉਹ ਸਭ ਉਸਨੇ ਮੈਨੂੰ ਮੁਫਤ ਵਿੱਚ ਦੇ ਦਿੱਤੀ। ਤੇ ਜੋ ਮੈਨੂੰ ਉਸਨੇ ਮੁਫਤ ਵਿੱਚ ਦਿੱਤਾ ਹੈ, ਕੀ ਮੈਂ ਉਸ ਦੇ ਵਿੱਚ, ਇਸ ਧਰਤੀ ਦੇ ਵਿੱਚ ਜਦ ਤੱਕ ਨਾ ਉਹ ਆਵੇ, ਮੈਂ ਪਵਿੱਤਰ ਜੀਵਨ ਬਤੀਤ ਨਹੀਂ ਕਰ ਸਕਦਾ? ਮੈਂ ਪਵਿੱਤਰ ਨਹੀਂ ਰਹਿ ਸਕਦਾ? ਇਹਨਾਂ ਦਿਨਾਂ ਦੇ ਵਿੱਚ ਬਹੁਤ ਫੈਸਟੀਵਲ ਆ ਰਹੇ ਆ। ਮੈਂ ਕਈ ਇਹੋ ਜਿਹੇ ਮਸੀਹਾਂ ਨੂੰ ਦੇਖ ਰਿਹਾ ਹਾਂ ਜਿਹੜੇ ਇਸ ਧਰਤੀ ਦੇ ਵਿੱਚ ਹੋਰ ਲੋਕ ਹੈ, ਉਹਨਾਂ ਦੇ ਨਾਲ ਫੈਸਟੀਵਲ
ਦੇ ਵਿੱਚ ਸ਼ਾਮਿਲ ਹੋ ਕੇ ਪਰਮੇਸ਼ਵਰ ਦੇ ਇਸ ਉਪਕਾਰ ਦੀਆਂ ਧੱਜੀਆਂ ਉਡਾ ਰਹੇ ਹਾਂ। ਸਾਨੂੰ ਇਹ ਕਰਨਾ ਚਾਹੀਦਾ। ਹੱਥਾਂ ਨੂੰ ਰੰਗ ਰਹੇ ਆ, ਮੂੰਹ ਨੂੰ ਲਿਪਾ ਪੋਤੀ ਕਰ ਰਹੇ ਆ। ਕੀ ਪਰਮੇਸ਼ਵਰ ਦਾ ਲਹੂ ਇਸ ਲਈ ਬਹਾਇਆ ਗਿਆ ਸੀ ਕਿ ਪਰਮੇਸ਼ਵਰ ਨੇ ਇੱਕ ਇੱਕ ਤਸੀਹਾ ਜੋ ਕਲਵਰੀ ਕਰੂਸ ਦੇ ਉੱਤੇ ਚੱਲਿਆ ਇਸ ਲਈ ਚੱਲਿਆ ਸੀ। ਮੈਂ ਆਪਣੇ ਪਤੀ ਨੂੰ ਖੁਸ਼ ਕਰਨ ਦੇ ਲਈ ਕਿੱਦਾਂ ਦੇ ਕੰਮ ਕਰਦੀ ਹਾਂ, ਮੈਂ ਆਪਣੀ ਪਤਨੀ ਨੂੰ ਖੁਸ਼ ਕਰਨ ਦੇ ਲਈ ਕਿੱਦਾਂ ਦੇ ਕੰਮ ਕਰ ਰਿਹਾ ਹਾਂ। ਬਟ ਪਰਮੇਸ਼ਵਰ ਦੇ ਉਸ ਅਹਿਸਾਨ ਨੂੰ, ਉਸ ਕਰਜ਼ ਨੂੰ, ਉਸ ਉਪਕਾਰ ਨੂੰ ਜਿਹੜਾ ਮੇਰੀ ਥਾਂ ਦੇ ਉੱਤੇ ਖੜਾ ਹੋ ਕੇ ਉਸਨੇ ਚੁਕਾਇਆ, ਉਸ ਮਿੰਟਾਂ 'ਚ ਭੁੱਲ ਜਾਣਾ। ਪਿਆਰੋ, ਬਹੁਤ ਗਲਤ ਹੈ। ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਉਸ ਕੀਤੇ ਹੋਏ ਉਪਕਾਰ ਨੂੰ ਕਦੇ ਨਾ ਭੁੱਲੋ। ਬਹੁਤ ਗਲਤ ਹੈ, ਕਿਉਂਕਿ ਇੱਥੇ ਲਿਖਿਆ ਹੈ ਉਸਨੇ ਉਸਦੇ ਮਾਰ ਖਾਣ ਤੋਂ ਤੁਸੀਂ ਨਰੋਏ ਹੋਏ ਹੋ। ਅਸੀਂ ਪਰਮੇਸ਼ਵਰ ਦੇ ਵਿਰੁੱਧ ਸਾਡੀ ਉਲੰਘਣਾ ਦੇ ਲਈ ਮੌਤ ਦੇ ਹੱਕਦਾਰ ਸੀ, ਪਰ ਮਸੀਹ ਨੇ ਸਾਡਾ ਨੁਮਾਇੰਦਾ ਬਣਦੇ ਹੋਏ ਅਤੇ ਸਾਡੇ ਪਾਪਾਂ ਲਈ ਆਪਣੇ ਉੱਤੇ ਸਜ਼ਾ ਲੈ ਕੇ ਪਹਿਲਾਂ ਹੀ ਉਸ ਸਜ਼ਾ ਦਾ ਭੁਗਤਾਨ ਕਰ ਦਿੱਤਾ ਸੀ ਜਦੋਂ ਉਸ ਨੇ ਸਲੀਬ ਉੱਤੇ ਜਾਨ ਦਿੱਤੀ ਸੀ। ਜਦ ਉਹਨੇ ਸਾਡਾ ਭੁਗਤਾਨ ਹੀ ਕਰ ਦਿੱਤਾ, ਫਿਰ ਸਾਨੂੰ ਉਹਨਾਂ ਦੇ ਮਗਰ ਜਾਣ ਦੇ। ਇਸੇ ਕਰਕੇ ਤਾਂ ਪ੍ਰਭੂ ਯਿਸੂ ਮਸੀਹ ਨੇ ਆਪਣੇ ਜੀਵਨ 'ਚ ਕਿਹਾ ਸੀ ਆਪਣੇ ਚੇਲਿਆਂ ਨੂੰ, ਔਰ ਅੱਜ ਵੀ ਸਾਨੂੰ ਅਤੇ ਮੈਨੂੰ ਅਤੇ ਆਪ ਨੂੰ ਕਹਿ ਰਿਹਾ। ਕੀ ਕਹਿ ਰਿਹਾ ਮੈਨੂੰ ਅਤੇ ਆਪ ਨੂੰ? ਕਿ ਤੂੰ ਮੇਰੇ ਨਾਲ ਆਪਣੀ ਪਤਨੀ ਤੋਂ ਵੱਧ ਪਿਆਰ ਕਰਦਾ ਹੈ? ਕਿ ਤੂੰ ਮੇਰੇ ਨਾਲ ਆਪਣੇ ਧੀ ਅਤੇ ਪੁੱਤਰ ਤੋਂ ਵੱਧ ਕੇ ਪਿਆਰ ਕਰ ਰਿਹਾ? ਕਿ ਤੂੰ ਮੇਰੇ ਨਾਲ ਆਪਣੇ ਨਾਲੋਂ ਵੱਧ ਕੇ ਉਹਨਾਂ ਰਿਸ਼ਤੇਦਾਰਾਂ ਨਾਲ ਪਿਆਰ ਕਰ ਰਿਹਾ? ਮੈਂ ਤੈਨੂੰ ਆਪਣੀ ਜ਼ਿੰਦਗੀ ਦੇ ਕੇ ਮੁੱਲ ਖਰੀਦਿਆ ਹੈ। ਹੁਣ ਤੇਰੀ ਜ਼ਿੰਦਗੀ ਤੇਰੀ ਨਹੀਂ, ਪਰਮੇਸ਼ਰ ਪੁੱਤਰ ਕਹਿੰਦਾ ਹੈ ਮੇਰੀ ਹੈ। ਤੇ ਜੇ ਉਹਦੀ ਹੈ ਤਾਂ ਕੀ ਉਹਦੀ ਇੱਛਾ ਦੇ ਅਨੁਸਾਰ ਅਸੀਂ ਉਹਦੇ ਕਰਜ਼ ਦਾ ਜੋ ਉਸਨੇ ਉਪਕਾਰ ਕੀਤਾ ਹੈ ਉਸ ਦੇ ਲਈ ਅਸੀਂ ਵਚਨਬੱਧ ਹਾਂ। ਜਦੋਂ ਅਸੀਂ ਬਪਤਿਸਮਾ ਲੈਂਦੇ ਹਾਂ ਜਾਂ ਤੌਬਾ ਕਰਦੇ ਹਾਂ, ਪਰਮੇਸ਼ਰ ਹੁਣ ਮੇਰਾ ਜੀਵਨ ਤੇਰਾ ਹੈ, ਹੁਣ ਮੇਰਾ ਨਹੀਂ, ਇਸ ਨੂੰ ਆਪਣੀ ਇੱਛਾ ਦੇ ਅਨੁਸਾਰ ਚਲਾ। ਜਦੋਂ ਅਸੀਂ ਉੱਥੋਂ ਨਿਕਲਦੇ ਹਾਂ ਭਲ ਕੇ ਫਿਰ ਸੰਸਾਰ ਦੀ ਇੱਛਾ ਦੇ ਵਿੱਚ ਚਲੇ ਜਾਂਦੇ। ਬਹੁਤ ਗਲਤ ਹੈ। ਇਸ ਲਈ ਮੈਂ ਆਪ ਨੂੰ ਇੱਕ ਗੱਲ ਹੁਣ ਕਹਿਣਾ ਚਾਹੁੰਦਾ ਹਾਂ, ਪਰਮੇਸ਼ਵਰ ਦਾ ਆਪਣੇ ਪੁੱਤਰ ਯਿਸੂ ਮਸੀਹ ਦੇ ਰਾਹੀਂ ਮਨੁੱਖੀ ਪਾਪਾਂ ਦਾ ਕਰਜ਼ ਚੁਕਾਉਣਾ, ਮੈਨੂੰ ਪਾਪ ਤੋਂ ਮੁਕਤ ਕਰਕੇ ਆਪਣੇ ਰਾਜ ਦਾ ਪੁੱਤਰ ਬਣਾ ਕੇ ਆਪਣੀ ਮਹਿਮਾ ਦੇ ਲਈ ਸਿਰਜਣਾ ਹੈ। ਜੇ ਤੁਸੀਂ ਇਸ ਪੁਕਾਰ ਨੂੰ ਭੁੱਲ ਰਹੇ ਹੋ ਤਾਂ ਪਰਮੇਸ਼ਰ ਦੇ ਪ੍ਰਤੀ ਤੁਸੀਂ ਨਿੰਦਨੀय ਹੋ। ਇਸ ਲਈ ਜੇ ਤੁਸੀਂ ਉਸ ਦੇ ਪ੍ਰਤੀ ਆਪਣੇ ਜੀਵਨ ਨੂੰ ਪਰਮੇਸ਼ਰ ਪੁੱਤਰ ਦੇ ਵਿੱਚ ਹੋ ਕੇ ਪਰਮੇਸ਼ਰ ਦੇ ਸਾਹਮਣੇ ਬਤੀਤ ਕਰ ਰਹੇ ਹੋ ਤਾਂ ਤੁਸੀਂ ਆਦਰ ਦੇ ਯੋਗ ਹੋ। ਫੈਸਲਾ ਤੁਹਾਡਾ ਹੈ, ਤੁਸੀਂ ਨਿੰਦਨੀय ਜੀਵਨ ਬਤੀਤ ਕਰਨਾ ਹੈ ਜਾਂ ਆਦਰ ਦਾ ਜੀਵਨ ਬਤੀਤ ਕਰਨਾ ਹੈ। ਮੈਂ ਆਪ ਦੇ ਅੱਗੇ ਇਹ ਬੇਨਤੀ ਕਰਾਂਗਾ, ਪਰਮੇਸ਼ਰ ਆਪ ਨੂੰ ਮਸੀਹ ਦੇ ਜੋ ਕਰਜ਼ ਉਸਨੇ ਸਾਡੇ ਮੇਰੇ ਅਤੇ ਆਪ ਦੇ ਲਈ ਚੁਕਾਏ ਹੈ, ਉਸ ਦੇ ਲਈ ਅਸੀਂ ਆਦਰ ਦਾ ਜੀਵਨ ਬਤੀਤ ਕਰਕੇ ਉਸ ਦੀ ਆਮਦ ਦੇ ਵਿੱਚ ਸ਼ਾਮਲ ਹੋ ਕੇ ਉਸ ਦੇ ਸਦਾ ਸਦਾ ਦੇ ਆਨੰਦ ਨੂੰ ਪ੍ਰਾਪਤ ਕਰੀਏ, ਤਾਂ ਕਿ ਪ੍ਰਭੂ ਦੀ ਮਹਿਮਾ ਮੇਰੇ ਅਤੇ ਆਪ ਦੇ ਜੀਵਨ ਦੇ ਵਿੱਚ ਹੁੰਦੀ ਰਹੇ। ਜੈ ਮਸੀਹ ਦੀ। ਪ੍ਰਭੂ ਆਪ ਨੂੰ ਆਸ਼ੀਸ਼ ਦੇਵੇ। ਮਾਰਾਨਾਥਾ।